ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਨੇ ਨਿਤਨੇਮ ਦੀ ਬਾਣੀ ਦੇ ਪਾਠ ਅਤੇ ਗੁਰਬਾਣੀ ਕੀਰਤਨ ਸਰਵਨ ਕੀਤੇ ਹਨ। ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜੀਏ। ਪਿਛਲੇ ਸ਼ੁੱਕਰਵਾਰ ਆਪਾਂ ਧਿਆਨ ਦੇ ਸੰਬੰਧ ਵਿੱਚ ਵਿਚਾਰ ਕਰ ਰਹੇ ਸੀ। ਸੰਖੇਪ ਜਿਹਾ ਜੋ ਪਿਛਲੀ ਵਾਰੀ ਆਪਾਂ ਵਿਚਾਰ ਕੀਤਾ, ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਸ਼ਬਦਾਂ ਵਿੱਚ ਮਨ ਦਾ ਕਿਸੇ ਚੀਜ਼ ਨਾਲ ਇੱਕ ਰੂਪ ਹੋ ਜਾਣਾ, ਇਸ ਨੂੰ ਧਿਆਨ ਆਖਦੇ ਨੇ। ਫਿਰ ਆਪਾਂ ਭਾਈ ਕਾਹਨ ਸਿੰਘ ਜੀ ਦੇ ਸ਼ਬਦਾਂ ਵਿੱਚ ਵੇਖਿਆ ਸੀ ਕਿ ਕਿਸੇ ਵਸਤੂ ਵਿੱਚ ਬਿਰਤੀ ਦਾ ਲਿਵ ਲੀਨ ਹੋ ਜਾਣਾ, ਹਰ ਪਾਸੇ ਤੋਂ ਮਨ ਨੂੰ ਰੋਕ ਕੇ ਇੱਕ ਵਿਸ਼ੇ ਤੇ ਟਿਕਾ ਲੈਣਾ, ਇਸ ਕਿਰਿਆ ਨੂੰ ਧਿਆਨ ਆਖਦੇ ਨੇ। ਸੋ ਜੋ ਧਿਆਨ ਹੈ, ਇਹ ਸੁਰਤੀ ਦਾ ਮਾਰਗ ਹੈ। ਪਿਛਲੀ ਕਥਾ ਵਿੱਚ ਭਾਵੇਂ ਆਪਾਂ ਇੱਕ ਬਾਹਰੀ ਦ੍ਰਿਸ਼ਟਾਂਤ ਲਿਆ ਸੀ ਤੀਰ ਚਲਾਉਣ ਦਾ, ਉਹਦੇ ਵਿੱਚ ਆਪਾਂ ਤਿੰਨ ਚੀਜ਼ਾਂ ਵੇਖੀਆਂ ਸਨ। ਇੱਕ ਦ੍ਰਿਸ਼, ਦੂਸਰਾ ਦ੍ਰਿਸ਼ਟੀ ਤੇ ਤੀਸਰਾ ਦ੍ਰਿਸ਼ਟਾ। ਇੱਕ ਉਹ ਜਗ੍ਹਾ, ਉਹ ਪੁਆਇੰਟ ਜਿੱਥੇ ਤੀਰ ਦਾ ਨਿਸ਼ਾਨਾ ਲੱਗਣਾ ਹੈ। ਇੱਕ ਉਹ ਜਰੀਆ, ਇੱਕ ਸਾਧਨ ਜਿਹਦੇ ਨਾਲ ਉਸ ਨਿਸ਼ਾਨੇ ਨੂੰ ਵੇਖਿਆ ਜਾ ਰਿਹਾ ਹੈ, ਤੇ ਤੀਸਰਾ ਵੇਖਣ ਵਾਲਾ। ਜਦੋਂ ਇਹ ਤਿੰਨੇ ਇੱਕ ਰੂਪ ਹੋ ਜਾਂਦੇ ਨੇ, ਕੋਈ ਫਰਕ ਨਹੀਂ ਰਹਿ ਜਾਂਦਾ, ਉਦੋਂ ਤੀਰ ਠੀਕ ਨਿਸ਼ਾਨੇ ਤੇ ਲੱਗਦਾ ਹੈ। ਪਰ ਇਹ ਤੇ ਦ੍ਰਿਸ਼ਟਾਂਤ ਬਾਹਰ ਦਾ ਸੀ। ਹੁਣ ਅਸੀਂ ਅੰਦਰ ਦਾ ਵੇਖਦੇ ਹਾਂ ਕਿ ਅਸੀਂ ਆਪਣੇ ਧਿਆਨ ਨੂੰ ਕਿੱਥੇ ਟਿਕਾਉਣਾ ਹੈ ਤੇ ਕਿਵੇਂ ਟਿਕਾਉਣਾ ਹੈ। ਸਾਨੂੰ ਗੁਰਬਾਣੀ ਵਿੱਚ ਥਾਂ ਥਾਂ ਤੇ ਧਿਆਨ ਧਰਨ ਲਈ ਆਖਿਆ ਜਾਂਦਾ ਹੈ। ਔਰ ਆਪਾਂ ਇਹ ਗੱਲ ਪਹਿਲਾਂ ਵੀ ਇੱਕ ਵਾਰੀ ਕੀਤੀ ਕਿ ਸਾਡੇ ਸਿੱਖੀ ਸਮਾਜ ਦੇ ਅੰਦਰ ਇਹ ਜਿਹੜੀਆਂ ਚੀਜ਼ਾਂ ਨੇ, ਧਿਆਨ ਧਰਨਾ, ਸਮਾਧੀ ਅਵਸਥਾ ਵਿੱਚ ਬੈਠਣਾ, ਮਨ ਵਿੱਚ ਦ੍ਰਿੜ ਸੰਕਲਪ ਲੈਣਾ ਪ੍ਰਭੂ ਦੀ ਭਗਤੀ ਦਾ, ਇਹਨਾਂ ਚੀਜ਼ਾਂ ਨੂੰ ਆਪਾਂ ਤਿਆਗਦੇ ਜਾ ਰਹੇ ਹਾਂ, ਛੱਡਦੇ ਜਾ ਰਹੇ ਹਾਂ। ਤੇ ਜਦੋਂ ਇਹਨਾਂ ਚੀਜ਼ਾਂ ਨੂੰ ਆਪਾਂ ਛੱਡਦੇ ਹਾਂ, ਉਦੋਂ ਇੱਕ ਬੜਾ ਸੋਹਣਾ ਸਾਡੇ ਕੋਲ ਬਹਾਨਾ ਸਾਨੂੰ ਮਿਲ ਗਿਆ ਹੈ ਕਿ ਇਹ ਜਿਹੜਾ ਧਿਆਨ ਤੇ ਸਮਾਧੀ ਵਾਲੀ ਗੱਲ ਹੈ, ਇਹ ਤੇ ਸਿੱਧਾ ਜੋਗੀਆਂ ਦਾ ਕੰਮ ਹੈ, ਸਿੱਖਾਂ ਦਾ ਇਹਦੇ ਨਾਲ ਕੋਈ ਵਾਸਤਾ ਨਹੀਂ। ਪਰ ਜੇ ਤੁਸੀਂ ਜਪਜੀ ਸਾਹਿਬ ਪੜ੍ਹੋ, ਜਪਜੀ ਸਾਹਿਬ ਵਿੱਚ ਕਈ ਪ੍ਰਮਾਣ ਨੇ ਧਿਆਨ ਦੇ। ਕੱਲੇ ਜਪਜੀ ਸਾਹਿਬ ਵਿੱਚ ਸੁਣਿਆ ਲਾਗੈ ਸਹਿਜ ਧਿਆਨ। ਜਦੋਂ ਕੋਈ ਮਨੁੱਖ ਇਕਾਗਰਤਾ ਵਿੱਚ ਬੈਠਦਾ ਹੈ, ਸ਼ਾਂਤੀ ਵਿੱਚ ਬੈਠਦਾ ਹੈ, ਤੇ ਉਹ ਆਪਣੇ ਅੰਦਰੋਂ ਪਰਮੇਸ਼ਵਰ ਦੇ ਨਾਮ ਨੂੰ ਸੁਣਦਾ ਹੈ। ਜਿਵੇਂ ਜਿਵੇਂ ਮਨੁੱਖ ਆਪਣੇ ਅੰਦਰੋਂ ਪਰਮੇਸ਼ਵਰ ਦੇ ਨਾਮ ਨੂੰ ਸੁਣਨਾ ਆਰੰਭ ਕਰਦਾ ਹੈ, ਤਿਵੇਂ ਤਿਵੇਂ ਉਸ ਦਾ ਸਹਿਜ ਅਵਸਥਾ ਵਿੱਚ, ਭਾਵ ਉਹ ਰੱਬੀ ਮਿਲਾਪ ਵਾਲੀ ਅਵਸਥਾ ਵਿੱਚ ਉਸ ਦਾ ਧਿਆਨ ਲੱਗਣ ਲੱਗ ਪੈਂਦਾ ਹੈ। ਫਿਰ ਅਗਲਾ ਪ੍ਰਮਾਣ ਗੁਰੂ ਸਾਹਿਬ ਨੇ ਜਪਜੀ ਸਾਹਿਬ ਵਿੱਚ ਜਿਹੜਾ ਲਿਆ ਹੈ, ਪੰਚਾਂ ਕਾ
ਗੁਰ ਏਕ ਧਿਆਨ। ਪੰਜ ਇੱਥੇ ਆਖਿਆ ਜਾਂਦਾ ਹੈ ਜਿਹੜੇ ਲੋਕ ਪਰਮੇਸ਼ਵਰ ਨਾਲ ਇੱਕ ਮਿਕ ਹੋ ਜਾਂਦੇ ਨੇ, ਜਿਨ੍ਹਾਂ ਦੀ ਸੁਰਤ ਮਾਲਕ ਨਾਲ ਜੁੜਦੀ ਹੈ, ਜਿਨ੍ਹਾਂ ਦਾ ਧਿਆਨ ਸ਼ਬਦ ਵਿੱਚ ਟਿਕਦਾ ਹੈ, ਉਹਨਾਂ ਨੂੰ ਪੰਜ ਜਨ ਆਖਿਆ ਜਾਂਦਾ ਹੈ। ਉਹਨਾਂ ਦਾ ਗੁਰ ਕੀ ਹੈ ਜੁੜਨ ਦਾ ਮਾਲਕ ਦੇ ਨਾਲ? ਇੱਕ ਧਿਆਨ, ਕੇਵਲ ਤੇ ਕੇਵਲ ਧਿਆਨ। ਉਹ ਧਿਆਨ ਦੇ ਜ਼ਰੀਏ ਆਪਣੇ ਮਾਲਕ ਨਾਲ, ਸ਼ਬਦ ਨਾਲ, ਪਰਮੇਸ਼ਵਰ ਨਾਲ ਜੁੜਦੇ ਨੇ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਧਾਂ ਜੋਗੀਆਂ ਨੂੰ ਮਿਲ ਕੇ ਉਹਨਾਂ ਨਾਲ ਗੱਲਬਾਤ ਕੀਤੀ ਇਸ ਧਿਆਨ ਦੇ ਵਿਸ਼ੇ ਤੇ ਉਹਨਾਂ ਨੂੰ ਸਮਝਾਇਆ, ਤੁਸੀਂ ਸਾਰੇ ਪੜ੍ਹਦੇ ਹੋ ਜਪਜੀ ਸਾਹਿਬ, ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਐ ਜੋਗੀ, ਤੂੰ ਜਿਹੜੀ ਆਪਣੇ ਪਿੰਡੇ ਉੱਤੇ ਸੁਆਹ ਮਲਦਾ ਹੈ ਤੇ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਕਿ ਮੈਂ ਮਰ ਚੁੱਕਾ ਹਾਂ, ਪਰ ਜਦੋਂ ਤੈਨੂੰ ਕੋਈ ਤੇਰੇ ਅੰਦਰੋਂ ਛੇੜਦਾ ਹੈ, ਕੋਈ ਮਾੜੀ ਜਿਹੀ ਗੱਲ ਤੇਰੇ ਖਿਲਾਫ, ਤੇਰੇ ਧਰਮ ਦੇ ਖਿਲਾਫ, ਤੇਰੇ ਅਕੀਦੇ ਦੇ ਖਿਲਾਫ ਕਰਦਾ ਤੇ ਤੂੰ ਭੜਕ ਉੱਠਦਾ ਹੈ, ਤੂੰ ਮਰਿਆ ਹੋਇਆ ਨਹੀਂ। ਜੇ ਮੈਂ ਤੈਨੂੰ ਸਲਾਹ ਦਿਆਂ, ਜਿਹੜੀਆਂ ਤੂੰ ਕੰਨਾਂ ਵਿੱਚ ਮੁੰਦਰਾਂ ਪਾਈਆਂ ਨੇ, ਸੰਤੋਖ ਨੂੰ ਮੁੰਦਰਾਂ ਬਣਾ। ਸ਼ਰਮ, ਮਿਹਨਤ, ਪੱਤ, ਖੱਪਰ, ਜਿਹੜਾ ਭਾਂਡਾ ਠੂਠਾ ਜਿਹਾ ਹੱਥ ਵਿੱਚ ਫੜਿਆ ਹੁੰਦਾ ਜੋਗੀਆਂ ਨੇ, ਅਤੇ ਜਿਹੜੀ ਤੂੰ ਝੋਲੀ ਗਲ ਵਿੱਚ ਪਾਈ ਹੋਈ ਹੈ, ਇਹ ਖੱਪਰ ਤੇ ਝੋਲੀ ਮਿਹਨਤ ਦੀ ਬਣਾ, ਉਦਮ ਦੀ ਬਣਾ। ਅਤੇ ਫਿਰ ਧਿਆਨ ਕੀ ਕਰਹਿ ਵਿਭੂਤ, ਜਿਹੜੀ ਤੂੰ ਇਹ ਵਿਭੂਤੀ ਪਿੰਡੇ ਤੇ ਮਲੀ ਹੋਈ ਹੈ ਸੁਆਹ, ਇਹ ਬੇਸ਼ੱਕ ਨਾ ਮਲ, ਚੰਗੇ ਸੋਹਣੇ ਕੱਪੜੇ ਪਾ, ਨਹਾ ਧੋ ਕੇ ਰਿਹਾ ਕਰ, ਪਰ ਇਸ ਵਿਭੂਤੀ ਮਲਣ ਦੀ ਥਾਂ ਆਪਣਾ ਧਿਆਨ ਵਾਹਿਗੁਰੂ ਜੀ ਦੇ ਨਾਲ ਜੋੜ। ਧਿਆਨ ਕੀ ਕਰਹਿ ਵਿਭੂਤ, ਧਿਆਨ ਵਾਹਿਗੁਰੂ ਜੀ ਦੇ ਨਾਲ ਜੋੜ। ਸੋ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਸਾਰੇ ਪ੍ਰਮਾਣ ਇਸ ਪਵਿੱਤਰ ਗੁਰਬਾਣੀ ਵਿੱਚ ਲਏ ਨੇ ਕਿ ਧਿਆਨ ਸਾਨੂੰ ਜ਼ਰੂਰ ਧਰਨਾ ਚਾਹੀਦਾ ਹੈ। ਅੰਮ੍ਰਿਤ ਵੇਲੇ ਉੱਠ ਕੇ 5 ਇਸ਼ਨਾਨਾਂ ਕਰ ਲੋ, ਇਸ਼ਨਾਨ ਪਾਣੀ ਕਰ ਲੋ, ਗੱਲ ਸੁਚੇਤਤਾ ਦੀ ਏ ਤੇ ਸਾਵਧਾਨਗੀ ਦੀ ਏ। ਸਾਵਧਾਨ ਹੋਵੋ ਜਿਵੇਂ ਵੀ ਹੋ ਸਕੋ, ਤੇ ਫਿਰ ਜਿੰਨਾ ਵੀ ਸਮਾਂ ਸਰੀਰ ਇਜਾਜ਼ਤ ਦੇਵੇ, ਤੁਹਾਡੇ ਕੋਲ ਵਕਤ ਹੋਵੇ, ਚੌਕੜੀ ਲਗਾ ਕੇ ਬੈਠੋ ਤੇ ਆਪਣੇ ਧਿਆਨ ਨੂੰ ਇਕਾਗਰ ਕਰੋ। ਹੁਣ ਅਗਲੀ ਗੱਲ ਆਪਾਂ ਕਰਨੀ ਹੈ ਕਿ ਜਦੋਂ ਧਿਆਨ ਇਕਾਗਰ ਕਰਨਾ ਹੈ, ਫਿਰ ਧਿਆਨ ਟਿਕਾਉਣਾ ਕਿੱਥੇ ਆ? ਵੱਖ-ਵੱਖ ਲੋਕਾਂ ਨੇ, ਮਹਾਂਪੁਰਸ਼ਾਂ ਨੇ ਵੱਖ-ਵੱਖ ਵਿਧੀਆਂ ਦਸੀਆਂ ਨੇ, ਔਰ ਸਾਡੇ ਸਰੀਰ ਦੇ ਅੰਦਰ ਕਈ ਪੁਆਇੰਟਸ ਲਏ ਨੇ ਉਹਨਾਂ ਨੇ ਕਿ ਇਸ ਪੁਆਇੰਟ ਤੇ ਧਿਆਨ ਧਰੋ, ਉਸ ਤੇ ਧਰੋ। ਲੋਕ ਧਰਦੇ ਨੇ, ਪਰ ਆਪਾਂ ਗੁਰਮਤਿ ਨੂੰ ਸਮਝਣ ਦੀ ਕੋਸ਼ਿਸ਼ ਕਰਨੀ। ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਭਾਈ ਸੰਤੋਖ ਸਿੰਘ ਜੀ ਸਾਡੇ ਨਾਲ ਇਹ 2 ਰਸਤੇ ਸਾਂਝੇ ਕਰਦੇ ਨੇ। ਇੱਕ ਯੋਗ ਮਤ ਦਾ, ਜਿਸ ਨੂੰ ਹਠ ਯੋਗ ਆਖਦੇ ਨੇ ਜਾਂ ਕਸ਼ਟ ਯੋਗ ਆਖਦੇ ਨੇ। ਦੂਸਰਾ ਗੁਰਮਤ ਦਾ, ਜਿਸ ਨੂੰ ਸਹਿਜ ਯੋਗ ਆਖਦੇ ਨੇ ਜਾਂ ਰਾਜ ਯੋਗ ਵੀ ਆਖਦੇ ਨੇ। ਇਸ ਮਾਰਗ ਨੂੰ ਭਗਤੀ ਯੋਗ ਵੀ ਆਖਿਆ ਜਾਂਦਾ ਹੈ। ਸੋ ਇਹ 2 ਵਿਚਾਰਧਾਰਾਵਾਂ ਨੂੰ ਲੈ ਕੇ ਭਾਈ ਸਾਹਿਬ ਚੱਲਦੇ ਨੇ ਪਏ, ਤੇ ਅਸੀਂ ਅਖੀਰ ਤੇ ਵੇਖਾਂਗੇ ਕਿ ਭਾਈ ਸਾਹਿਬ ਨੇ ਇੱਕ ਬਹੁਤ ਸੋਹਣਾ ਫੈਸਲਾ ਕੀਤਾ ਹੈ। ਉਸ ਫੈਸਲੇ ਵਿੱਚ ਉਹਨਾਂ ਨੇ ਬੜਾ ਸਪਸ਼ਟ ਕਰ ਦਿੱਤਾ ਹੈ ਕਿ ਜਿਹੜਾ ਹਠ ਯੋਗ ਹੈ, ਇਹ ਕੀਤਾ ਜਾਣਾ ਅਤੀ ਮੁਸ਼ਕਿਲ ਹੈ। ਆਮ ਗ੍ਰਸਤੀ ਬੰਦਾ, ਘਰ-ਬਾਰ ਵਿੱਚ ਕੰਮ ਧੰਦਾ ਕਰਨ ਵਾਲਾ ਬੰਦਾ, ਬੱਚਿਆਂ ਦੀ ਸੇਵਾ ਕਰਨ ਵਾਲਾ ਮਨੁੱਖ ਉਸ ਤਰ੍ਹਾਂ ਦੀ ਕਸ਼ਟ ਸਾਧਨਾ, ਔਖੀ ਸਾਧਨਾ ਨਹੀਂ ਕਰ ਸਕਦਾ।
ਸਾਨੂੰ ਚਾਹੀਦਾ ਅਸੀਂ ਗੁਰਮਤਿ ਯੋਗ ਨੂੰ ਅਪਣਾਈਏ। ਇਹ ਉਹਨਾਂ ਨੇ ਅਖੀਰ ਤੇ ਜਾ ਕੇ ਸਾਨੂੰ ਸਲਾਹ ਦੇਣੀ ਹੈ। ਆਪਾਂ ਉਹਨਾਂ ਦੇ ਸ਼ਬਦਾਂ ਵਿੱਚ ਹੀ ਇਸ ਸਲਾਹ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਰ ਅੱਜ ਅਸੀਂ ਸਮਝਦੇ ਹਾਂ ਕਿ ਧਿਆਨ ਕਿੱਥੇ ਤੇ ਕਿਸ ਦਾ ਧਰਨਾ ਹੈ। ਵੈਸੇ ਆਮ ਕਰਕੇ ਜਦੋਂ ਆਪਾਂ ਧਿਆਨ ਦੀ ਗੱਲ ਕਰਦੇ ਹਾਂ ਤੇ ਵਿਦਵਾਨ ਸੱਜਣ ਇਸ ਤਰ੍ਹਾਂ ਆਖ ਦਿੰਦੇ ਨੇ, ਧਿਆਨ ਧਰੋ ਤੇਹ ਕੋ ਮਨ ਮੈਂ, ਜੇਹ ਕੋ ਅਮਿਤੋਜ ਸਭੈ ਜਗ ਛਾਇਓ। ਜਿਸ ਪਰਮੇਸ਼ਵਰ ਦਾ ਅਮਿਨਵਾਂ ਅਤੋਲਵਾਂ ਬਲ ਸਾਰੇ ਬ੍ਰਹਿਮੰਡ ਵਿੱਚ ਵਿਆਪਕ ਹੈ, ਉਸ ਦਾ ਧਿਆਨ ਆਪਣੇ ਮਨ ਵਿੱਚ ਧਰੋ। ਸੋ ਇਹ ਗੱਲ ਤੇ ਸਪਸ਼ਟ ਹੋ ਗਈ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਧਿਆਨ ਧਰਨਾ ਹੈ। ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਪੰਜਵੇਂ ਗੁਰਦੇਵ ਬਚਨ ਲਿਖਦੇ ਨੇ ਅੰਕ ਨੰਬਰ 1121 ਦੇ ਉੱਤੇ। ਆਪ ਜੀ ਫਰਮਾਉਂਦੇ ਨੇ, ਸਤਿਪੁਰਖ ਅਕਾਲ ਮੂਰਤ ਹਿਰਦੈ ਧਾਰੋ ਧਿਆਨ। ਗੁਰੂ ਅਰਜਨ ਦੇਵ ਜੀ ਇਹ ਨਹੀਂ ਕਹਿ ਰਹੇ ਕਿ ਧਿਆਨ ਨਾ ਕਰੋ। ਅੱਗੇ ਅਸੀਂ ਸਮਾਧੀ ਦੀ ਗੱਲ ਕਰਨੀ ਹੈ। ਸਿੱਖ ਮਤ ਜਾਂ ਗੁਰਮਤ ਕਿਤੇ ਨਹੀਂ ਕਹਿ ਰਹੀ ਕਿ ਸਮਾਧੀ ਨਾ ਲਗਾ ਕੇ ਬੈਠੋ। ਸਗੋਂ ਇਹ ਦੱਸਿਆ ਜਾ ਰਿਹਾ ਹੈ ਕਿ ਪਰਮੇਸ਼ਵਰ ਦਾ ਇੱਕ ਮਹਾਨ ਉੱਚਾ ਗੁਣ ਹੈ ਸਮਾਧੀ ਅਵਸਥਾ, ਤੇ ਸਾਨੂੰ ਉਹ ਧਾਰਨ ਕਰਨੀ ਚਾਹੀਦੀ ਹੈ। ਆਪਾਂ ਅੱਗੇ ਇਸ ਗੱਲ ਨੂੰ ਵੀ ਸਮਝਾਂਗੇ। ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਸਤਿਪੁਰਖ, ਸਤ ਮੈਨੇ ਸਦੀਵੀ, ਪੁਰਖ ਮੈਨੇ ਸਰਵ ਵਿਆਪਕ, ਅਕਾਲ ਮੈਨੇ ਜਿਹਦੇ ਉੱਤੇ ਕਾਲ ਦਾ ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਮੂਰਤ ਮੈਨੇ ਸਵਰੂਪ, ਜਿਸ ਦੇ ਸਵਰੂਪ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਜਿਹੜਾ ਸਦੀਵੀ ਹੋਂਦ ਵਾਲਾ ਹੈ ਤੇ ਸਰਬ ਵਿਆਪਕ ਹੈ। ਹਿਰਦੈ ਧਾਰੋ ਧਿਆਨ, ਉਸ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕਰੋ। ਪਰ ਹੁਣ ਉਹਦਾ ਕੋਈ ਸਵਰੂਪ ਨਹੀਂ, ਕਿਵੇਂ ਧਿਆਨ ਕਰੀਏ, ਸਵਾਲ ਪੈਦਾ ਹੋਏਗਾ। ਪਰ ਗੁਰੂ ਸਾਹਿਬ ਨੇ ਸਾਨੂੰ ਬਹੁਤ ਵਾਰੀ ਇਹ ਬਚਨ ਸਮਝਾਏ ਨੇ ਕਿ ਜਿਸ ਸ਼ਬਦ ਦਾ ਤੁਸੀਂ ਅਭਿਆਸ ਕਰ ਰਹੇ ਹੋ ਉਸ ਦੇ ਉੱਤੇ ਹੀ ਧਿਆਨ ਟਿਕਾਓ। ਆਪ ਜੀ ਨੇ ਸਾਨੂੰ ਗੁਰਬਾਣੀ ਵਿੱਚ ਦੱਸਿਆ ਹੈ ਉਹ ਬਚਨ ਕਿ ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਨਣਾ ਗੁਰ ਨਾਉ। ਜਿਹੜਾ ਸ਼ਬਦ ਅਸੀਂ ਜਪ ਰਹੇ ਹਾਂ ਉਸੇ ਦਾ ਹੀ ਦਰਸ਼ਨ ਕਰਨਾ, ਉਸੇ ਨੂੰ ਹੀ ਕੰਨਾਂ ਨਾਲ ਸੁਣਨਾ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਮ। ਆਪਣੇ ਅੰਦਰ, ਆਪਣੇ ਸੋਚ ਮੰਡਲ ਵਿੱਚ ਜਿੱਥੇ ਸਾਡੀ ਜੀਭ ਨਾ ਹਿਲਦੀ ਹੋਵੇ, ਜਿੱਥੇ ਸਾਡੇ ਗਲੇ ਵਿੱਚ ਕੋਈ ਹਰਕਤ ਨਾ ਹੁੰਦੀ ਹੋਵੇ, ਉਸ ਨੂੰ ਸਿਮਰਨ ਆਖਦੇ ਨੇ। ਜਦੋਂ ਤੱਕ ਜੀਭ ਨਾਲ ਜਾਂ ਗਲੇ ਨਾਲ ਅਸੀਂ ਕਰਦੇ ਹਾਂ ਉਦੋਂ ਤੱਕ ਅਸੀਂ ਜਪ ਕਰ ਰਹੇ ਹੁੰਦੇ ਹਾਂ। ਜਦੋਂ ਸਿਮਰਨ ਵਾਲੀ ਅਵਸਥਾ ਬਣੇ, ਉਸ ਸਿਮਰਨ ਵਾਲੀ ਅਵਸਥਾ ਵਿੱਚ ਉਸੇ ਹੀ ਸ਼ਬਦ ਦਾ ਧਿਆਨ ਧਰਨਾ ਜਿਸ ਨੂੰ ਅਸੀਂ ਆਪਣੇ ਅੰਤਰ, ਆਪਣੇ ਹਿਰਦੇ ਵਿੱਚ ਆਰਾਧਨ ਕਰਦੇ ਹਾਂ, ਜਿਸ ਦਾ ਉਸੇ ਸ਼ਬਦ ਨੂੰ ਭਾਵੇਂ ਅਸੀਂ ਬੋਲ ਨਹੀਂ ਰਹੇ, ਉਸੇ ਨੂੰ ਹੀ ਕੰਨਾਂ ਨਾਲ ਸੁਣਨਾ। ਔਰ ਤੁਸੀਂ ਆਖੋਗੇ ਜਦੋਂ ਅਸੀਂ ਬੋਲ ਨਹੀਂ ਰਹੇ ਫਿਰ ਕੰਨਾਂ ਨਾਲ ਸੁਣ ਕਿਵੇਂ ਲਵਾਂਗੇ? ਤੁਸੀਂ ਕਈ ਵਾਰੀ ਵੇਖਿਆ ਹੋਣਾ ਹੈ ਕਿ ਕੋਈ ਚੀਜ਼ ਕਿਸੇ ਨੇ ਬੋਲੀ, ਕਿਸੇ ਨੇ ਕੋਈ ਸ਼ਬਦ ਬੋਲਿਆ, ਕੋਈ ਗਾਇਆ ਜਾਂ ਕੁਝ ਵੀ ਸਾਡੇ ਨਾਲ ਕਿਸੇ ਨੇ ਉੱਚਾ ਨੀਵਾਂ ਬੋਲਿਆ, ਪਿਆਰ ਭਰੇ ਸ਼ਬਦ ਬੋਲੇ ਜਾਂ ਨਫ਼ਰਤ ਭਰੇ ਸ਼ਬਦ ਬੋਲੇ, ਉਹ ਸਾਡੇ ਕੰਨਾਂ ਵਿੱਚ ਕਈ ਵਾਰੀ ਗੂੰਜਦੇ ਨੇ। ਅਸੀਂ ਆਰਾਮ ਨਾਲ ਆਪਣੇ ਬਿਸਤਰੇ ਤੇ ਲੇਟੇ ਹੁੰਨੇ ਆ ਤੇ ਉਹ ਬਚਨ ਜਿਹੜੇ ਕਦੀ ਸਾਨੂੰ ਹਿੱਟ ਕਰ ਗਏ ਸੀ, ਸਾਡੇ ਅੰਦਰ ਡੂੰਘੇ ਉਤਰ ਗਏ ਸਨ, ਉਹ ਸ਼ਬਦ ਅਸੀਂ ਹੂਬਹੂ ਸੁਣ ਸਕਦੇ ਹਾਂ। ਇਹ ਤੁਸੀਂ ਤਜਰਬਾ ਕਰਕੇ ਵੇਖ ਲੈਣਾ। ਆਰਾਮ ਦੇ ਨਾਲ ਟਿਕਾ ਵਿੱਚ, ਸ਼ਾਂਤੀ ਵਿੱਚ ਬੈਠਣਾ
ਤੇ ਤੁਹਾਡੀ ਜ਼ਿੰਦਗੀ ਵਿੱਚ ਕੋਈ ਅਜਿਹੀ ਘਟਨਾ ਵਾਪਰੀ ਹੋਵੇ ਜਿਹੜੀ ਤੁਹਾਡੇ ਮਨ ਦੀਆਂ ਗਹਿਰਾਈਆਂ ਵਿੱਚ ਉਤਰੀ ਹੋਵੇ, ਤੇ ਤੁਸੀਂ ਉਹਦਾ ਧਿਆਨ ਧਰੋਗੇ ਤੇ ਹੂਬਹੂ ਉਹੋ ਹੀ ਸ਼ਬਦ ਉਸੇ ਹੀ ਆਵਾਜ਼ ਵਿੱਚ, ਉਸੇ ਹੀ ਟੋਨ ਤੇ ਤੁਸੀਂ ਸੁਣ ਸਕੋਗੇ। ਬਿਲਕੁਲ ਇਸੇ ਤਰ੍ਹਾਂ ਜਦੋਂ ਵਾਹਿਗੁਰੂ ਜੀ ਦਾ ਸਿਮਰਨ ਕਿਸੇ ਮਨੁੱਖ ਦੇ ਹਿਰਦੇ ਦੀਆਂ ਗਹਿਰਾਈਆਂ ਵਿੱਚ ਉਤਰ ਜਾਏ, ਉੱਥੇ ਉਸ ਨੂੰ ਬੋਲਣ ਦੀ ਜ਼ਰੂਰਤ ਨਹੀਂ ਪੈਂਦੀ, ਉਹ ਉਸ ਨੂੰ ਕੰਨਾਂ ਨਾਲ ਸੁਣ ਸਕਦਾ ਹੈ। ਸੋ ਇਹ ਹੈ ਧਿਆਨ ਧਰਨ ਦਾ ਤਰੀਕਾ। ਉਸੇ ਹੀ ਸ਼ਬਦ ਦਾ ਧਿਆਨ ਧਰਨਾ ਹੈ ਜਿਸ ਸ਼ਬਦ ਨੂੰ ਅਸੀਂ ਹਿਰਦੇ ਵਿੱਚ ਆਰਾਧ ਰਹੇ ਹਾਂ। ਸੋ ਇੱਥੇ ਸਤਿਗੁਰੂ ਆਖਦੇ ਨੇ, ਭਾਈ ਉਸ ਮਾਲਕ ਦਾ ਧਿਆਨ ਧਰੋ ਜਿਸ ਦੇ ਸਵਰੂਪ ਤੇ ਕਾਲ ਦਾ ਪ੍ਰਭਾਵ ਨਹੀਂ, ਜੋ ਸਤ ਸਵਰੂਪ ਹੈ ਅਤੇ ਸਰਵ ਵਿਆਪਕ ਹੈ। ਨਾਮ ਨਿਧਾਨ ਲਾਭ ਨਾਨਕ ਬਸਤ ਇਹ ਪਰਵਾਨ। ਇਹ ਧਿਆਨ ਧਰਨਾ ਹੀ ਨਾਮ ਜਪਣਾ ਹੈ, ਸਿਮਰਨ ਕਰਨਾ ਹੈ, ਉਸ ਦੇ ਧਿਆਨ ਵਿੱਚ ਬੈਠਣਾ। ਔਰ ਤੁਸੀਂ ਗੁਰੂ ਸਾਹਿਬਾਨ ਦਾ ਜੀਵਨ ਪੜ੍ਹ ਕੇ ਵੇਖੋ, ਜੀਵਨ ਇਤਿਹਾਸ ਪੜ੍ਹ ਕੇ ਵੇਖੋ, ਜਿਸ ਵਿੱਚ ਸਾਰੇ ਹੀ ਇਤਿਹਾਸਕਾਰ ਇੱਕੋ ਜ਼ੁਬਾਨ ਹੋ ਕੇ ਇੱਕ ਗੱਲ ਆਖਦੇ ਨੇ ਕਿ ਗੁਰੂ ਸਾਹਿਬ ਅੰਮ੍ਰਿਤ ਵੇਲੇ ਜਿਹੜਾ ਚੌਥਾ ਪਹਿਰ ਸੀ ਨਾ ਸੁਬਾਹ ਦਾ, ਉਹ ਇਕਾਂਤ ਵਿੱਚ ਬਿਤਾਉਂਦੇ ਸਨ। ਹੁਣ ਸਾਡੇ ਪ੍ਰਚਾਰਕ ਕਹਿ ਕੀ ਰਹੇ ਨੇ, ਮਨੁੱਖਤਾ ਨੂੰ ਕਿਵੇਂ ਗੁੰਮਰਾਹ ਕਰਦੇ ਨੇ, ਇਹ ਗੱਲ ਆਖ ਕੇ ਕਿ ਦੱਸੋ ਕਿਹੜੇ ਗੁਰੂ ਜੀ ਨੇ ਸਮਾਧੀ ਲਗਾ ਕੇ ਬੈਠੇ ਤੇ ਕਿੰਨਾਂ ਨੇ ਆਪਣਾ ਟਾਈਮ ਸਮਾਧੀ ਵਿੱਚ ਬਿਤਾਇਆ। ਗੁਰੂ ਨਾਨਕ ਸਾਹਿਬ 70 ਸਾਲ ਬਾਹਰ ਮਾਨਵਤਾ ਦੇ ਭਲੇ ਲਈ ਤੁਰੇ ਫਿਰਦੇ ਰਹੇ। ਫਿਰ ਸਾਨੂੰ ਸ਼ਹੀਦਾਂ ਦੀਆਂ ਕਹਾਣੀਆਂ ਸੁਣਾਉਂਦੇ ਨੇ। ਉਹ ਸਾਰੇ ਬਚਨ ਬੜੇ ਦਰੁਸਤ ਨੇ, ਪਰ ਕਦੀ ਅਸੀਂ ਇਹ ਵੇਖਿਆ ਕਿ ਗੁਰੂ ਨਾਨਕ ਉਸ ਪਰਮ ਪਵਿੱਤਰ ਅਵਸਥਾ ਨੂੰ ਪਹਿਲਾਂ ਪ੍ਰਾਪਤ ਕਰ ਚੁੱਕੇ ਨੇ ਤੇ ਫਿਰ ਉਹਨਾਂ ਨੇ ਸੰਸਾਰ ਦੇ ਭਲੇ ਲਈ ਰਟਨ ਕੀਤਾ ਹੈ। ਅਸੀਂ ਲੋਕ ਪਹਿਲਾਂ ਉਹ ਕਰਮ ਕਰਨਾ ਚਾਹੁੰਦੇ ਹਾਂ ਜੋ ਉਹਨਾਂ ਨੇ ਬਾਅਦ ਵਿੱਚ ਕੀਤਾ, ਤੇ ਜਿਹੜਾ ਉਹਨਾਂ ਨੇ ਪਹਿਲਾਂ ਕੀਤਾ ਉਹਦੇ ਵੱਲ ਸਾਡਾ ਕੋਈ ਧਿਆਨ ਹੀ ਨਹੀਂ। ਭਾਈ ਗੁਰਦਾਸ ਆਖਦੇ ਨੇ, ਪਹਿਲੋਂ ਪਾਇਆ ਬਾਬੇ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣ ਆਈ। ਗੁਰੂ ਨਾਨਕ ਸਾਹਿਬ ਦੀ ਪਹਿਲਾਂ ਵਾਹਿਗੁਰੂ ਜੀ ਦੇ ਨਾਲ ਬਨ ਆ ਗਈ, ਉਹਦੇ ਨਾਲ ਉਹ ਇੱਕ ਮਿਕ ਹੋਏ, ਤੇ ਫਿਰ ਵਾਹਿਗੁਰੂ ਜੀ ਨੇ ਹੁਕਮ ਕਰਕੇ ਗੁਰੂ ਨਾਨਕ ਜਗ ਮਾਹੇ ਪਠਾਇਆ, ਗੁਰੂ ਸਾਹਿਬ ਨੂੰ ਸੰਸਾਰ ਵਿੱਚ ਭੇਜਿਆ। ਉਹ ਜੁੜੇ ਹੋਏ ਸਨ, ਉਹਨਾਂ ਨੂੰ ਹੁਣ ਨਹੀਂ ਸੀ ਜ਼ਰੂਰਤ ਕਿ ਉਹ ਸਮਾਧੀ ਲਗਾ ਕੇ ਬੈਠਦੇ। ਉਹ ਸਮਾਧੀ ਸਥਿਤ ਸਨ ਤੇ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਲੋਕ ਭਲਾਈ ਦੇ ਕਾਰਜ ਕੀਤੇ। ਪਰ ਫਿਰ ਵੀ ਉਹ ਅੰਮ੍ਰਿਤ ਵੇਲੇ ਦਾ ਇੱਕ ਪੈਰ ਇਕਾਂਤ ਵਿੱਚ ਹੀ ਬਿਤਾਉਂਦੇ ਸਨ। ਉਹ ਕਦੀ ਵੀ ਅੰਮ੍ਰਿਤ ਵੇਲੇ ਦਾ ਇੱਕ ਪੈਰ ਕਿਸੇ ਨਾਲ ਗੱਲ ਨਹੀਂ ਸਨ ਕਰਦੇ, ਤੁਰਦੇ ਫਿਰਦੇ ਨਹੀਂ ਸਨ, ਕੋਈ ਕੰਮ ਧੰਦਾ ਨਹੀਂ ਸੀ ਕਰਦੇ। ਉਹ ਸਿਰਫ ਤੇ ਸਿਰਫ ਵਾਹਿਗੁਰੂ ਜੀ ਦੇ ਧਿਆਨ ਵਿੱਚ ਬੈਠਦੇ। ਇਸ ਲਈ ਧਿਆਨ ਵਿੱਚ ਬੈਠਦੇ ਕਿ ਸਾਨੂੰ ਸਿੱਖਿਆ ਦੇਣੀ ਸੀ ਉਹਨਾਂ ਨੇ ਕਿ ਆਹ ਥੋੜਾ ਸਮਾਂ ਤੁਸੀਂ ਪ੍ਰਭੂ ਦੀ ਭਗਤੀ ਵਿੱਚ ਸਵੇਰੇ ਸਵੇਰੇ ਲਗਾਓ, ਫਿਰ ਸਾਰਾ ਦਿਨ ਕਿਰਤ ਕਰੋ, ਕੋਈ ਰੋਕਦਾ ਨਹੀਂ ਆਪਾਂ ਨੂੰ। ਸੋ ਇਹ ਚੀਜ਼ ਕਰਨੀ, ਇਸ ਨੂੰ ਆਖਦੇ ਨੇ ਨਾਮ ਨਿਧਾਨ। ਅੰਮ੍ਰਿਤ ਵੇਲੇ ਪ੍ਰਭੂ ਦੇ ਧਿਆਨ ਵਿੱਚ ਬੈਠਣਾ, ਇਸ ਖਜ਼ਾਨੇ ਦੇ ਮਾਲਕ ਬਣਨਾ, ਇਹੋ ਹੀ ਲਾਭ ਜ਼ਿੰਦਗੀ ਵਿੱਚ ਸਾਨੂੰ ਮਿਲਣ ਵਾਲਾ ਹੈ। ਬਸਤ ਇਹ ਪ੍ਰਵਾਨ, ਅਤੇ ਇਹੋ ਹੀ ਵਸਤੂ ਪਰਮੇਸ਼ਵਰ ਦੇ ਨਾਮ ਸਿਮਰਨ ਵਾਲੀ, ਧਿਆਨ ਧਰਨ ਵਾਲੀ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋਣੀ ਹੈ। ਅਸੀਂ ਜਿੰਨੇ ਮਰਜ਼ੀ ਅਮੀਰ ਹੋਈਏ, ਜਿੰਨੇ ਮਰਜ਼ੀ ਸਿਆਣੇ ਪੜ੍ਹੇ ਲਿਖੇ ਵਿਦਵਾਨ ਹੋਈਏ, ਜਿੰਨੇ ਮਰਜ਼ੀ ਗਿਆਨੀ ਧਿਆਨੀ ਹੋਈਏ, ਵਾਹਿਗੁਰੂ ਜੀ ਦੇ ਘਰ ਵਿੱਚ
ਜਿਹੜੀ ਵਸਤ ਪ੍ਰਵਾਨ ਹੁੰਦੀ ਹੈ ਉਹ ਕੇਵਲ ਤੇ ਕੇਵਲ ਉਸ ਦਾ ਧਿਆਨ ਹੈ, ਉਸ ਦਾ ਨਾਮ ਸਿਮਰਨ ਹੈ, ਚੰਗੇ ਕਰਮ ਹਨ, ਉਹ ਅਸਾਂ ਕਰਨੇ ਨੇ। ਦੂਸਰਾ ਪ੍ਰਮਾਣ ਹੈ ਪੰਜਵੇਂ ਪਾਤਸ਼ਾਹ ਜੀ ਦਾ, ਜਿਸ ਵਿੱਚ ਆਪ ਜੀ ਫਰਮਾਉਂਦੇ ਨੇ, ਹਰਿ ਕੇ ਚਰਨ ਜਪ ਜਾਉ ਕੁਰਬਾਨ। ਹਰੀ ਦੇ ਚਰਨਾਂ ਨੂੰ ਮੈਂ ਜਪ ਕੇ ਉਹਨਾਂ ਤੋਂ ਕੁਰਬਾਨ ਜਾਵਾਂ। ਇਹਦਾ ਜਿਹੜਾ ਅੱਖਰੀ ਅਰਥ ਨੇ ਉਹ ਇਹੋ ਹੀ ਬਣਦੇ ਨੇ, ਹਰ ਕੇ ਚਰਨ ਜਪ, ਹਰੀ ਦੇ ਚਰਨਾਂ ਨੂੰ ਜਪ ਕੇ ਜਾਉ ਕੁਰਬਾਨ, ਮੈਂ ਉਹਨਾਂ ਤੋਂ ਸਦਕੇ ਜਾਵਾਂ। ਹੁਣ ਵੇਖਣ ਵਾਲੀ ਗੱਲ ਇਹ ਆ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਉੱਤੇ ਕਹਿ ਰਹੇ ਨੇ ਕਿ ਸਤਿਪੁਰਖ ਅਕਾਲ ਮੂਰਤ, ਜਿਹੜਾ ਅਜੂਨੀ ਹੈ, ਜਿਹੜਾ ਨਿਰਭਉ ਹੈ, ਜਿਹੜਾ ਨਿਰਵੈਰ ਹੈ, ਜਿਸ ਦਾ ਕੋਈ ਆਕਾਰ ਨਹੀਂ ਹੈ, ਉਸ ਦੇ ਹੁਣ ਚਰਨ ਕਿਵੇਂ ਜਪੇ ਜਾਣ, ਜਿਸ ਦਾ ਕੋਈ ਆਕਾਰ ਹੀ ਨਹੀਂ। ਸੋ ਇਹ ਗੱਲ ਵੀ ਆਪਾਂ ਧਿਆਨ 'ਚ ਰੱਖਣੀ ਹੈ। ਗੁਰਮਤਿ ਦੇ ਤੌਰ ਤਰੀਕੇ ਮੁਤਾਬਕ ਜਦੋਂ ਗੱਲ ਰੱਬ ਦੇ ਚਰਨਾਂ ਦੀ ਆਵੇ, ਉੱਥੇ ਗੁਰੂ ਦੇ ਸ਼ਬਦ ਦੀ ਗੱਲ ਆਉਂਦੀ ਹੈ। ਪਰਮੇਸ਼ਵਰ ਦਾ ਹੁਕਮ, ਪਰਮੇਸ਼ਵਰ ਦੀ ਰਜ਼ਾ, ਪਰਮੇਸ਼ਵਰ ਦਾ ਭਾਣਾ, ਉਹਦੀ ਯਾਦ, ਉਸ ਦਾ ਧਿਆਨ, ਉਹਦੇ ਵਿੱਚ ਜੁੜਨਾ, ਇਹੋ ਹੀ ਵਾਹਿਗੁਰੂ ਜੀ ਦੇ ਚਰਨ ਹਨ। ਇਹਨਾਂ ਦਾ ਹੀ ਧਿਆਨ ਧਰਨਾ ਹੈ। ਜਾਉ ਕੁਰਬਾਨ, ਜੇ ਕਿਤੇ ਧਿਆਨ ਲੱਗੇ ਥੋੜਾ ਬਹੁਤਾ, ਮਨ ਵਿੱਚ ਵਾਹਿਗੁਰੂ ਜੀ ਦੀ ਯਾਦ ਬਣੇ, ਤੇ ਉਸ ਵੇਲੇ ਤੋਂ ਕੁਰਬਾਨ ਜਾਈ, ਉਸ ਵੇਲਾ ਸੁਹਾਵੀ, ਉਸ ਸਮੇਂ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਉਸ ਮਨੋਦਸ਼ਾ ਤੋਂ, ਉਸ ਮਨੋ ਸਥਿਤੀ ਤੋਂ ਕੁਰਬਾਨ ਤੇ ਸਦਕੇ ਜਾਣਾ ਚਾਹੀਦਾ ਹੈ, ਜਦੋਂ ਮਾਲਕ ਦਾ ਚੇਤਾ ਮਨ ਵਿੱਚ ਬਣੇ। ਫਿਰ ਆਖਦੇ ਨੇ, ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ, ਤਾਕਾ ਹਿਰਦੈ ਧਰ ਮਨ ਧਿਆਨ। ਹੇ ਮੇਰੇ ਮਨਾ, ਉਸ ਵਾਹਿਗੁਰੂ ਜੀ ਦਾ ਧਿਆਨ ਮਨ ਵਿੱਚ ਧਰ, ਜਿਹੜਾ ਪਾਰ ਬ੍ਰਹਮ ਹੈ, ਭਾਵ ਜਿਸ ਦਾ ਉਰਲਾ ਬੰਨਾ ਤੇ ਪਰਲਾ ਬੰਨਾ ਨਹੀਂ ਲੱਭਦਾ, ਜਿਹੜਾ ਬੇਅੰਤ ਹੈ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਹਿਰਦੇ ਵਿੱਚ ਧਿਆਨ ਧਰਿਆ ਕਰ। ਸੋ ਗੁਰੂ ਸਾਹਿਬ ਜੀ ਨੇ ਸਾਨੂੰ ਧਿਆਨ ਧਰਨ ਬਾਰੇ ਇਹ ਜਾਚ ਸਿਖਾਈ ਹੈ, ਇਹ ਢੰਗ ਸਿਖਾਇਆ ਹੈ ਕਿ ਅਸਾਂ ਗੁਰਸਿੱਖੀ ਦੇ ਨਾਤੇ ਧਿਆਨ ਵਾਹਿਗੁਰੂ ਜੀ ਦਾ ਕਿਵੇਂ ਧਰਨਾ ਹੈ। ਸੋ ਤੁਸੀਂ ਯਤਨ ਕਰਨਾ, ਭਾਵੇਂ ਅੱਜ ਤੋਂ ਹੀ ਸ਼ੁਰੂ ਕਰੋ। ਰਾਤੀ ਜਾਓਗੇ ਘਰ, ਸੌਣ ਤੋਂ ਪਹਿਲਾਂ 2-4 ਮਿੰਟ ਆਪਣੇ ਬਿਸਤਰੇ ਤੇ ਹੀ ਬੈਠ ਜਾਣਾ ਤੇ ਇਕਾਗਰ ਕਰਨਾ, ਮਨ ਨੂੰ ਕੋਸ਼ਿਸ਼ ਕਰਨਾ, ਹੋਵੇ ਜਾਂ ਨਾ ਹੋਵੇ। ਕੋਈ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਜਿੱਦਣ ਪਹਿਲੇ ਦਿਨ ਕੋਈ ਕੰਮ ਸ਼ੁਰੂ ਕਰਦੇ ਹਾਂ ਤੇ ਪਹਿਲੇ ਦਿਨ ਹੀ ਸਾਨੂੰ ਕਾਮਯਾਬੀ ਮਿਲ ਜਾਂਦੀ ਹੈ। ਬੱਚੇ ਨੇ ਜੇ ਇੰਜੀਨੀਅਰ ਬਣਨਾ, ਡਾਕਟਰ ਬਣਨਾ, ਉਹਨੂੰ 15-20 ਸਾਲ ਚਾਹੀਦੇ ਨੇ। ਜੇ ਪਹਿਲੇ ਦਿਨ ਹੀ ਸਕੂਲ ਭੇਜ ਕੇ ਆਖੀਏ ਵੀ ਤੂੰ ਡਾਕਟਰ ਬਣ ਕੇ ਕਿਉਂ ਨਹੀਂ ਆਇਆ, ਤੇ ਗੱਲ ਬਣਨ ਵਾਲੀ ਨਹੀਂ। ਬਿਲਕੁਲ ਇਸੇ ਹੀ ਤਰ੍ਹਾਂ ਅਸੀਂ ਸ਼ੁਰੂ ਕਰੀਏ, ਥੋੜਾ ਸਮਾਂ ਜਿੰਨਾ ਤੁਸੀਂ ਬੈਠ ਸਕੋ, ਆਸਾਨੀ ਨਾਲ, ਸਹਿਜ ਨਾਲ। ਸ਼ਾਮ ਨੂੰ ਜਿੰਨਾ ਕੁ ਸਮਾਂ, ਫਿਰ ਸਵੇਰੇ ਉੱਠ ਕੇ ਬਹਿ ਸਕੋ, ਓਨਾ ਕੁ ਸਮਾਂ ਹੀ ਬੈਠੋ। ਇੱਥੋਂ ਸ਼ੁਰੂ ਕਰੀਏ ਤੇ ਫਿਰ ਸ਼ੁਰੂ ਕਰਾਂਗੇ ਤੇ ਹੌਲੀ ਹੌਲੀ ਮਨ ਦਾ ਟਿਕਾਅ ਬਣਨਾ ਸ਼ੁਰੂ ਹੋਏਗਾ ਤੇ ਫਿਰ ਹੋਰ ਵਧੇਰੇ ਬੈਠਣ ਨੂੰ ਆਪੇ ਹੀ ਮਨ ਕਰੇਗਾ। ਇੱਥੋਂ ਸ਼ੁਰੂ ਕਰੀਏ ਤੇ ਫਿਰ ਇੱਥੋਂ ਸ਼ੁਰੂ ਕਰਕੇ ਜਿਹੜੀ ਧਿਆਨ ਤੋਂ ਅਗਲੀ ਗੱਲ ਹੈ, ਉਹ ਹੈ ਸਾਨੂੰ ਜੋ ਵਿਦਵਾਨਾਂ ਨੇ ਦੱਸਿਆ, ਸਮਾਧੀ ਵਾਲੀ। ਸਮਾਧੀ ਦੇ ਅਰਥ ਮਹਾਨ ਕੋਸ਼ ਵਿੱਚ ਕੀਤੇ ਗਏ ਨੇ। ਸਮ ਜਮਾ ਆ ਜਮਾ ਧੀ, ਇਹ 3 ਸ਼ਬਦਾਂ ਦੇ ਸੰਜੋਗ ਨਾਲ ਇੱਕ ਸ਼ਬਦ ਬਣਦਾ ਹੈ। ਇਹਦਾ ਅਰਥ ਹੁੰਦਾ ਹੈ ਚੰਗੀ ਤਰ੍ਹਾਂ ਚਿੱਤ ਦੇ ਠਹਿਰਾਉਣ ਦੀ ਕਿਰਿਆ, ਅੰਤਸ਼ ਕਰਨ ਦਾ ਧੇ ਵਿੱਚ ਲਿਵਲੀਨ ਹੋਣਾ। ਇਸ ਨੂੰ ਸਮਾਧੀ ਆਖਦੇ ਨੇ। ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ, ਮਨ ਆਪਣਾ ਸਰੂਪ ਭੁੱਲ ਕੇ ਧਿਆਨ ਵਾਲੀ ਚੀਜ਼ ਹੀ ਬਣ ਜਾਏ, ਉਸ ਅਵਸਥਾ ਦਾ ਨਾਮ ਸਮਾਧੀ ਹੈ।
मैं तुहानू पिछली वारी बेनती कीती सी कि एक किताब है बंदगी नामा, रघुबीर सिंह बीर जी होरां दी लिखी हुई, गुरमुखी विच भी है ते इंग्लिश विच भी है। ਉਹਦੇ ਵਿੱਚ ਉਹਨਾਂ ਨੇ ਇੱਕ ਧਿਆਨ ਦੇ ਜਰੀਏ ਘਟਨਾ ਵਾਪਰੀ ਉਹਦਾ ਜ਼ਿਕਰ ਕੀਤਾ ਹੈ ਕਿ ਇੱਕ ਧਿਆਨ ਦੇ ਜਰੀਏ ਮਨੁੱਖ ਅੰਦਰ ਬੈਠਦਾ ਹੈ, ਉਹ ਇੰਨਾ ਧਿਆਨ ਵਿੱਚ ਮਗਨ ਹੋ ਜਾਂਦਾ ਹੈ, ਇੰਨਾ ਲੀਨ ਹੋ ਜਾਂਦਾ ਹੈ ਕਿ ਜਿਸ ਚੀਜ਼ ਦਾ ਉਸਨੇ ਧਿਆਨ ਧਰਿਆ ਹੁੰਦਾ ਹੈ ਉਹ ਮਹਿਸੂਸ ਕਰਦਾ ਹੈ ਕਿ ਮੈਂ ਉਹੋ ਹੀ ਚੀਜ਼ ਬਣ ਗਿਆ। ਧਿਆਨ ਵਿੱਚ ਇੰਨਾ ਮਗਨ ਹੋ ਜਾਂਦਾ ਹੈ ਕਿ ਜਿਸ ਚੀਜ਼ ਦਾ ਧਿਆਨ ਧਰਿਆ ਉਹ ਮਹਿਸੂਸ ਕਰਨ ਲੱਗ ਪਿਆ ਕਿ ਮੈਂ ਉਹ ਚੀਜ਼ ਬਣ ਚੁੱਕਾ ਹਾਂ। ਘਰ ਵਾਲੇ ਦਰਵਾਜ਼ਾ ਖੜਕਾਉਂਦੇ ਨੇ, ਭਾਈ ਦਰਵਾਜ਼ਾ ਖੋਲ, ਦਿਨ ਚੜਿਆ, ਤੇ ਉਹ ਕਹਿੰਦਾ ਮੈਂ ਖੋਲ ਨਹੀਂ ਸਕਦਾ, ਮੈਂ ਤੇ ਉਹ ਚੀਜ਼ ਬਣ ਗਿਆ ਹਾਂ ਜਿਹਦਾ ਮੈਂ ਧਿਆਨ ਧਰਿਆ ਸੀ। ਕਿਸੇ ਸਿਆਣੇ ਨੇ ਦੱਸਿਆ, ਭਾਈ ਹੁਣ ਤੂੰ ਆਪਣੇ ਸਰੀਰ ਦਾ, ਆਪਣੇ ਸਵਰੂਪ ਦਾ ਧਿਆਨ ਕਰ। ਫਿਰ ਉਸਨੇ ਵਾਪਸ ਆਪਣੇ ਸਰੀਰ ਦਾ, ਆਪਣੇ ਸਵਰੂਪ ਦਾ ਧਿਆਨ ਕੀਤਾ ਤੇ ਫਿਰ ਉੱਠ ਕੇ ਤੁਰਨ ਦੇ ਯੋਗ ਹੋਇਆ। ਇਸ ਨੂੰ ਆਖਦੇ ਨੇ ਮਨ ਆਪਣਾ ਸਰੂਪ ਭੁੱਲ ਕੇ ਧਿਆਨ ਵਾਲੀ ਚੀਜ਼ ਹੀ ਬਣ ਜਾਏ। ਐਵੇਂ ਨਹੀਂ ਸਿਆਣੇ ਸੱਜਣ ਮਹਾਂਪੁਰਸ਼ ਆਖਦੇ, ਗੁਰੂ ਮਹਾਰਾਜ ਆਖਦੇ ਨੇ ਕਿ ਜਦੋਂ ਮਨੁੱਖ ਵਾਹਿਗੁਰੂ ਜੀ ਦਾ ਧਿਆਨ ਧਰਦਾ ਹੈ ਤੇ ਉਸ ਧਿਆਨ ਦੀ ਪਰਪੱਕਤਾ ਵਾਲੀ ਅਵਸਥਾ ਵਿੱਚ ਇਹ ਮਨੁੱਖ ਵਾਹਿਗੁਰੂ ਹੀ ਬਣ ਜਾਂਦਾ ਹੈ। ਅਸੀਂ ਇੱਕ ਵਾਹਿਗੁਰੂ ਦਾ ਗੁਣ ਲੈਂਦੇ ਹਾਂ ਨਾ, ਨਿਰਭਉ। ਨਿਰਭਉ ਮੂਲ ਮੰਤਰ ਵਿੱਚ ਉਹਦਾ ਇੱਕ ਗੁਣ ਦੱਸਿਆ ਹੈ ਤੇ ਗੁਰੂ ਸਾਹਿਬ ਆਖਦੇ ਨੇ ਨਿਰਭਉ ਜਪੈ ਸਗਲ ਭਉ ਮਿਟੈ। ਉਸ ਮਾਲਕ ਨੂੰ ਜਪਣ ਦੇ ਨਾਲ ਮਨੁੱਖ ਭੈ ਤੋਂ ਮੁਕਤ ਹੋ ਜਾਂਦਾ ਹੈ, ਭਾਵ ਨਿਰਭਉ ਹੋ ਜਾਂਦਾ ਹੈ। ਨਿਰਭਉ ਹੋਣਾ ਪ੍ਰਮਾਤਮਾ ਦਾ ਗੁਣ ਹੈ। ਜਦੋਂ ਉਹ ਗੁਣ ਮਨੁੱਖ ਵਿੱਚ ਆਉਂਦਾ ਹੈ ਤੇ ਮਨੁੱਖ ਵੀ ਨਿਰਭਉ ਹੋ ਜਾਂਦਾ ਹੈ, ਮਾਨੋ ਪ੍ਰਮਾਤਮਾ ਦਾ ਰੂਪ ਹੋ ਜਾਂਦਾ, ਉਹਦਾ ਗੁਣ ਇਹਦੇ ਵਿੱਚ ਆ ਜਾਂਦਾ ਹੈ। ਸੋ ਅਸੀਂ ਇਹ ਜਿਹੜੀ ਸਮਾਧੀ ਵਾਲੀ ਗੱਲ ਏ, ਇੱਥੋਂ ਹੀ ਅਗਲੀ ਕਥਾ ਵਿੱਚ ਆਪਾਂ ਗੱਲ ਪ੍ਰਾਰੰਭ ਕਰਾਂਗੇ ਤੇ ਆਪਾਂ ਇਹ ਗੱਲ ਸਮਝਾਂਗੇ ਕਿ ਸਮਾਧੀ ਲਗਾਉਣਾ ਕੇਵਲ ਜੋਗੀਆਂ ਜਾਂ ਸਿੱਧਾਂ ਦਾ ਕੰਮ ਨਹੀਂ, ਸਗੋਂ ਗੁਰਸਿੱਖਾਂ ਦਾ ਕੰਮ ਹੈ। ਭਾਈ ਗੁਰਦਾਸ ਨੇ ਬਹੁਤ ਸੋਹਣਾ ਲਿਖਿਆ ਹੋਇਆ ਹੈ ਕਿ ਅਸਲੀ ਸੱਚਾ ਤੇ ਸਿੱਧ ਜੋਗੀ ਤੇ ਹੁੰਦਾ ਹੀ ਗੁਰਸਿੱਖ ਹੈ। ਗੁਰਸਿੱਖ ਜੋਗੀ ਜਾਗਦੇ, ਜਿਹੜੇ ਗੁਰੂ ਦੇ ਸਿੱਖ ਅੰਤਸ਼ਕਰਨ ਕਰਕੇ, ਮਨ ਕਰਕੇ, ਸੁਰਤ ਕਰਕੇ ਸੁਚੇਤ ਹੋ ਜਾਂਦੇ ਨੇ, ਵਿਕਾਰਾਂ ਦੇ ਹੱਲਿਆਂ ਤੋਂ ਬਚ ਜਾਂਦੇ ਨੇ, ਉਹਨਾਂ ਦੀ ਸੁਰਤ, ਉਹਨਾਂ ਦਾ ਧਿਆਨ ਮਾਲਕ ਨਾਲ ਜੁੜ ਜਾਂਦਾ ਹੈ, ਸਹੀ ਅਰਥਾਂ ਵਿੱਚ ਉਹ ਜੋਗੀ ਹੁੰਦੇ ਨੇ। ਸੋ ਇਹਨਾਂ ਸ਼ਬਦਾਂ ਕਰਕੇ ਹੀ ਅਸੀਂ ਨਾ ਕਈ ਵਾਰੀ ਰਸਤਾ ਛੱਡ ਕੇ ਥੋੜੇ ਜਿਹੇ ਪਾਸੇ ਉਤਰ ਜਾਂਦੇ ਹਾਂ। ਸ਼ਬਦਾਵਲੀ ਠੀਕ ਹੈ, ਗੁਰੂ ਜੀ ਨੇ ਜੋਗੀਆਂ ਵਾਲੀ, ਸਿੱਧਾਂ ਵਾਲੀ ਗੁਰਬਾਣੀ ਵਿੱਚ ਵਰਤੀ ਹੋਈ ਹੈ, ਪਰ ਇਹਦਾ ਇਹ ਮਤਲਬ ਨਹੀਂ ਕਿ ਜਿਹੜਾ ਕਰਮ ਕੋਈ ਚੰਗਾ ਹੈ ਭਾਵੇਂ ਉਹ ਜੇ ਜੋਗੀ ਕਰਦਾ ਤੇ ਅਸਾਂ ਨਹੀਂ ਕਰਨਾ। ਇਹਦਾ ਮਤਲਬ ਇਹ ਹਰਗਿਜ਼ ਨਹੀਂ ਲੈਣਾ। ਦੁਨੀਆ ਦਾ ਕੋਈ ਵੀ ਮਨੁੱਖ ਚੰਗਾ ਕਰਮ ਕਰੇ, ਸਾਨੂੰ ਉਹ ਕਰਮ ਧਾਰਨ ਕਰ ਲੈਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਸਾਂਝ ਕਰੀਜੈ ਗੁਨਾਹ ਕੇਰੀ, ਛੋੜ ਅਵਗਣ ਚੱਲੀਏ ਦਾ ਸਿਧਾਂਤ ਦਿੱਤਾ ਹੋਇਆ ਹੈ। ਪਸ਼ੂ ਪੰਛੀ ਪੇੜ ਪੌਦੇ ਜਿਹੜੇ ਉਹਨਾਂ ਵਿੱਚ ਚੰਗੇ ਗੁਣ ਪਾਏ ਜਾਂਦੇ ਨੇ, ਸਾਨੂੰ ਉਹ ਧਾਰਨ ਕਰਨੇ ਚਾਹੀਦੇ ਨੇ। ਮਨੁੱਖ ਕੁਦਰਤੀ ਗੁਣਾਂ ਨੂੰ ਛੱਡ ਕੇ ਇਹ ਇਨਸਾਨ ਨਾ ਰਹਿ ਕੇ ਹੈਵਾਨ ਬਣਦਾ ਜਾ ਰਿਹਾ ਹੈ। ਅੱਜ ਦੁਨੀਆ ਵਿੱਚ ਜੋ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਆਖਣ ਦੀ ਜ਼ਰੂਰਤ ਨਹੀਂ ਕਿ ਇਹ ਹੈਵਾਨੀਅਤ ਨਹੀਂ ਹੈ। ਨਿਰਦੋਸ਼ ਲੋਕਾਂ ਨੂੰ ਮਾਰਨਾ, ਉਹਨਾਂ ਦੇ ਘਰ ਘਾਟ ਤਬਾਹ ਕਰਨੇ, ਲੱਖਾਂ ਲੋਕ ਬੇਘਰ ਹੋ ਕੇ ਵਿਚਾਰੇ ਉਹ ਤੜਫਦੇ ਫਿਰਦੇ ਨੇ, ਤਰਸਦੇ ਫਿਰਦੇ ਨੇ, ਕਿਤੇ ਉਹਨਾਂ ਨੂੰ ਟਿਕਾਣਾ ਮਿਲ ਜਾਏ। ਇਹ ਹੈਵਾਨੀਅਤ ਨਹੀਂ ਤੇ ਹੋਰ ਇਹ ਕੀ ਹੈ? ਮਨੁੱਖ ਨੇ ਇਨਸਾਨੀਅਤ ਨੂੰ ਛੱਡ ਕੇ ਹੈਵਾਨੀਅਤ ਨੂੰ ਧਾਰਨ ਕਿਉਂ ਕਰ ਲਿਆ ਹੈ? ਕਿਉਂਕਿ ਇਸ ਨੂੰ ਨਾ ਕੁਦਰਤ ਦੀ ਸਮਝ ਰਹੀ, ਨਾ ਇਹਨੂੰ ਕਾਦਰ ਦੀ ਸਮਝ ਰਹੀ। ਨਾ ਇਹ
ਕਾਦਰ ਦੇ ਗੁਣ ਆਪਣੇ ਮਨ ਵਿੱਚ ਧਾਰਨ ਕਰਦਾ ਹੈ, ਨਾ ਇਹ ਕੁਦਰਤ ਦੇ ਗੁਣ ਧਾਰਨ ਕਰਦਾ ਹੈ। ਸੋ ਸਮਾਧੀ ਇੱਕ ਵਾਹਿਗੁਰੂ ਜੀ ਦਾ ਖਾਸ ਗੁਣ ਹੈ, ਜਿਸ ਦੀ ਵਿਚਾਰ ਆਪਾਂ ਅਗਲੀ ਕਥਾ ਵਿੱਚ ਕਰਾਂਗੇ। ਤੇ ਫਿਰ ਮੈਨੂੰ ਲੱਗਦਾ ਉਸ ਤੋਂ ਬਾਅਦ ਇੱਕ ਕਥਾ ਹੋਰ ਕਰਕੇ ਇਸ ਟਾਪਿਕ ਦੀ ਸਮਾਪਤੀ ਹੋ ਜਾਣੀ। ਮੈਂ ਚਾਹਾਂਗਾ ਕਿ ਇੱਕ ਵਾਰੀ ਇਹ ਜਿਹੜੇ 8 ਪੁਆਇੰਟਸ ਨੇ ਇਹਨਾਂ ਨੂੰ ਰਿਵਿਊ ਕੀਤਾ ਜਾਏ, ਤਾਂ ਕਿ ਫਿਰ ਦੁਬਾਰਾ ਸਾਨੂੰ ਇਹ ਚੀਜ਼ਾਂ ਤਾਜ਼ਾ